ਸਾਰਿਆਂ ਨੂੰ ਮੇਰੇ ਵੱਲੋਂ ਰਾਧਾ ਸਵਾਮੀ ਜੀ। ਤੁਸੀਂ ਜਿੱਥੇ ਵੀ ਹੋਵੋਗੇ ਸਤਿਗੁਰ ਦੇ ਭਾਣੇ ਦੇ ਵਿੱਚ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਅੱਜ 14 ਦਸੰਬਰ 2025 ਦਿਨ ਐਤਵਾਰ ਨੂੰ 2025 ਸਾਲ ਦਾ ਆਖਰੀ ਸਤਸੰਗ ਹਜੂਰ ਵੱਲੋਂ ਫਰਮਾਇਆ ਗਿਆ। ਸਟੇਜ ਦੇ ਉੱਤੇ ਅੱਜ ਬਾਬਾ ਜੀ ਤੇ ਹਜੂਰ ਜੀ ਦੋਨੋਂ ਵਿਰਾਜਮਾਨ ਸੀਗੇ। ਅੱਜ 1 ਘੰਟਾ 5 ਮਿੰਟ ਦੇ ਕਰੀਬ ਦਾ ਸਤਸੰਗ ਫਰਮਾਇਆ ਗਿਆ। आज आप जी ने बाणी लिती ताम अपने चलो पाई पराए देश क्यों रहना। जिहड़ी संगत आज नहीं पहुंच सकी है डेरा ब्यास, वो बड़े प्यार दे नाल इस सत्संग दी समरी सुन सकती है जी। ताम अपने चलो पाई पराए देश क्यों रहना। काम अपना करो जाई पराए काम नहीं फसना। आज हजूर जी ने बाणी की शुरुआत करते हुए कहा कि ये जिहड़ी बाणी है ये स्वामी जी महाराज की बाणी है। संत महात्मा ਇੱਥੇ ਸਾਡੀ ਜ਼ਿੰਦਗੀ ਦੇ ਵਿੱਚ ਉਦਾਹਰਣ ਬਣ ਕੇ ਆਉਂਦੇ ਹਨ। ਉਹ ਸਾਨੂੰ ਸੱਚ ਦੀ ਪਰਖ ਕਰਵਾਉਣ ਆਉਂਦੇ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਭਗਤੀ ਕਿਹੜੀ ਕਰਨੀ ਹੈ, ਕਿਹੜਾ ਉਹ ਸਾਧਨ ਅਪਣਾਉਣਾ ਹੈ ਜਿਸ ਤੋਂ ਆਪਾਂ ਉਸ ਪਰਮਾਤਮਾ ਦੇ ਕੋਲ ਜਾ ਸਕੀਏ। ਅੱਜ ਤੁਸੀਂ ਦੇਖੋ ਆਪਾਂ ਦੁਨੀਆ ਦੇ ਵਿੱਚ ਇੰਨੇ ਫਸ ਗਏ ਹਨ, ਇੰਨੀ ਇਸ ਦੇ ਗੂੜੇ ਰੀਤੀ ਰਿਵਾਜਾਂ ਦੇ ਵਿੱਚ ਫਸ ਗਏ ਹਨ ਕਿ ਆਪਾਂ ਆਪਣੇ ਆਪ ਦੀ ਪਹਿਚਾਨ ਹੀ ਭੁੱਲ ਗਏ ਹਨ। ਪਹਿਲਿਆਂ ਜ਼ਮਾਨਿਆਂ ਦੇ ਵਿੱਚ ਛੋਟੇ ਛੋਟੇ ਘਰ ਹੁੰਦੇ ਸੀ, ਉੱਥੇ ਪਰਿਵਾਰ ਵੱਡਾ ਹੁੰਦਾ ਸੀ, ਤਾਂ ਕਰਕੇ ਲੋਕੀ ਧਿਆਨ ਵਾਸਤੇ ਉਸ ਪਰਮਾਤਮਾ ਦੀ ਭਗਤੀ ਵਾਸਤੇ ਬਾਹਰ ਦਾ ਰਸਤਾ ਅਪਣਾਉਂਦੇ ਸੀ। ਉਹ ਮੰਦਰ ਗੁਰਦੁਆਰੇ ਜਾਂ ਕਿਸੇ ਸ਼ਾਂਤ ਜਗ੍ਹਾ ਤੇ ਜਾ ਕੇ ਬੈਠਦੇ ਸੀ, ਉੱਥੇ ਸਰੋਵਰ ਦੇ ਵਿੱਚ ਨਹਾਉਂਦੇ ਸੀ ਤੇ ਉੱਤੇ ਆਪਣੀ ਭਗਤੀ ਕਰਦੇ ਸੀ। ਉੱਥੇ ਦਾ ਜਿਹੜਾ ਮਕਸਦ ਸੀ ਉਹ ਸੀ ਉਸ ਪਰਮਾਤਮਾ ਦਾ ਧਿਆਨ। ਉੱਥੇ ਉਹ ਪਰਮਾਤਮਾ ਦੇ ਧਿਆਨ ਨੂੰ ਪ੍ਰਾਇੋਰਟਾਈਜ਼ ਕਰਦੇ ਸੀ, ਨਾ ਕਿ ਜਗ੍ਹਾ ਨੂੰ। ਲੇਕਿਨ ਅੱਜ ਕੱਲ੍ਹ ਕੀ ਹੋ ਗਿਆ ਹੈ, ਅੱਜ ਕੱਲ੍ਹ ਤਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਖੰਡ ਬਣਾ ਕੇ ਬੈਠ ਗਏ ਹਨ। ਆਪਾਂ ਪਰਮਾਤਮਾ ਦੀ ਤਾਂ ਗੱਲ ਨਹੀਂ ਕਰਦੇ, ਸਿਰਫ ਦੀਵਾਰਿਆਂ ਦੀ ਗੱਲ ਕਰਦੇ ਹਨ। ਉੱਥੇ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਸੋਚ ਲਿਆ ਹੈ ਕਿ ਜਿਹੜੀ ਬਾਹਰ ਦੀ ਚੀਜ਼ ਹੈ ਉਸ ਤੋਂ ਸਾਰਾ ਕੁਝ ਹੋਵੇਗਾ। ਪਲਟੂ ਸਾਹਿਬ ਸਾਨੂੰ ਸਮਝਾਉਂਦੇ ਹਨ, ਕਹੀ ਤਿਰਥ ਮੈਂ ਖੋਜੇ ਕਹਿਰੀ ਡੁਬਕੀ ਮਾਰ ਪਲਟੂ ਜਲ ਕੇ बीच में ਕਿਨ ਪਾਇਓ ਕਰਤਾਰ। ਪਲਟੂ ਸਾਹਿਬ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਰਾਵਾ ਤਿਰਥ ਸਰੋਵਰਾਂ ਦੇ ਵਿੱਚ ਉਹ ਮਾਲਕ ਨਹੀਂ ਹੈ, ਭਾਵੇਂ ਕਿੰਨੀ ਵੀ ਡੁਬਕੀਆਂ ਮਾਰਦੇ ਰਹੋ, ਜੇ ਜਲ ਕੇ बीच में ਉਹ ਕਰਤਾਰ ਨਹੀਂ ਮਿਲੂਗਾ। ਉਹ ਕਰਤਾਰ ਮਿਲੂਗਾ ਜਦ ਆਪਾਂ ਉਹ ਸਰੋਵਰ ਜਿਹੜਾ ਅੰਦਰ ਹੈ ਉਸ ਦੇ ਵਿੱਚ ਉਹਨੂੰ ਤਰਾਸ਼ਾਂਗੇ, ਉਸ ਦੇ ਵਿੱਚ ਉਹਨੂੰ ਦੇਖਾਂਗੇ। ਹੁਣ ਸਵਾਮੀ ਜੀ ਮਹਾਰਾਜ ਸਾਡੇ ਤੋਂ 2 ਸਵਾਲ ਪੁੱਛ ਰਹੇ ਹਨ। ਜ਼ਿੰਦਗੀ ਦੇ ਵਿੱਚ ਆਪਾਂ ਕੌਣ ਹਨ ਤੇ ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ। ਜੇ ਆਪਾਂ ਇਹਨਾਂ ਚੀਜ਼ਾਂ ਦੇ ਜਵਾਬ ਦੇ ਸਕਦੇ ਹਾਂ ਤਾਂ ਫਿਰ ਤਾਂ ਆਪਾਂ ਕੁਝ ਕਹਿ ਸਕਦੇ ਹਾਂ। ਲੇਕਿਨ ਅੱਜ ਕੱਲ੍ਹ ਤਾਂ ਆਪਾਂ ਇਹ 2 ਸਵਾਲਾਂ ਦੇ ਜਵਾਬ ਹੀ ਨਹੀਂ ਜਾਣਦੇ। ਹੁਣ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਧਾਮ ਚਲੇ ਆਪਣੇ ਭਾਈ ਪਰਾਏ ਦੇਸ਼ ਕਿਉਂ ਰਹਿਣਾ। ਹੁਣ ਆਪਾਂ ਸੋਚਦੇ ਹਾਂ ਕਿ ਸਾਡੇ ਕੋਲ ਤਾਂ ਆਪਣਾ ਘਰ ਹੈ, ਇਹ ਦੁਨੀਆ ਹੈ, ਤਾਂ ਫਿਰ ਇਹ ਸਵਾਮੀ ਜੀ ਮਹਾਰਾਜ ਕਿਹੜੇ ਘਰ ਦੀ ਗੱਲ ਕਰ ਰਹੇ ਹਨ। ਦੇਖੋ ਭਾਈ, ਜਿਵੇਂ ਦੇਖੋ ਫੋਰਨ ਸਟੂਡੈਂਟ ਹੁੰਦੇ ਹਨ, ਆਪਾਂ ਬੱਚੇ ਨੂੰ ਕਿਸੇ ਹੋਰ ਸਥਾਨ ਤੇ ਪੜ੍ਹਨ ਭੇਜਦੇ ਹਾਂ, ਵਿਦੇਸ਼ ਭੇਜ ਦਿੰਦੇ ਹਨ। ਲੇਕਿਨ ਜੇ ਬੱਚਾ ਉੱਥੇ ਹੀ ਜਾ ਕੇ ਸੈਟਲ ਹੋ ਜਾਵੇ, ਆਪਣੇ ਘਰ ਨੂੰ ਭੁੱਲ ਜਾਵੇ, ਆਪਣੇ ਮਾਂ-ਬਾਪ ਨੂੰ ਭੁੱਲ ਜਾਵੇ, ਕਿ ਆਪਾਂ ਉਹਨਾਂ ਨੂੰ ਸਿਆਣਾ ਕਵਾਂਗੇ? ਕਦੇ ਨਹੀਂ ਕਹਿ ਸਕਦੇ। ਬੱਚਾ ਪੜ੍ਹਾਈ ਕਰਦਾ ਹੈ, ਉੱਤੇ ਪੜ੍ਹਦਾ ਹੈ, ਪੜ੍ਹਾਈ ਕਰਕੇ ਵਾਪਸ ਫਿਰ ਆਪਣੇ ਘਰ ਆਂਦਾ ਹੈ। ਲੇਕਿਨ ਜੇ ਆਪਾਂ ਸੋਚੀਏ ਕਿ ਉੱਥੇ ਬੱਚਾ ਜਾ ਕੇ ਆਪਣੇ ਮਾਂ-ਬਾਪ ਨੂੰ ਭੁੱਲ ਜਾਈਏ, ਆਪਣੇ ਮਾਂ-ਬਾਪ ਤੋਂ ਉਹ ਜਿਹੜਾ ਰਿਸ਼ਤਾ ਹੈ ਉਸ ਨੂੰ ਖਤਮ ਕਰ ਦੇ, ਤਾਂ ਕੀ ਉਹਨਾਂ ਦੀ ਆਪਾਂ ਉਹਨਾਂ ਨੂੰ ਸਿਆਣਾ ਕਵਾਂਗੇ? ਮਾਂ-ਬਾਪ ਨੂੰ ਕਿੰਨਾ ਜ਼ੋਰ ਪੈਂਦਾ ਹੈ ਜਦੋਂ ਉਹਦਾ ਬੱਚਾ ਜਾ ਕੇ ਉਹ ਸੰਬੰਧ ਖਤਮ ਕਰ ਦਿੰਦਾ ਹੈ। ਤਾਂ ਸਵਾਮੀ ਜੀ ਮਹਾਰਾਜ ਸਾਨੂੰ ਉਹੀ ਹਿਦਾਇਤ ਦੇ ਰਹੇ ਹਨ, ਸਾਨੂੰ ਉਹੀ ਖੀਚ ਪੈਦਾ ਕਰ ਰਹੇ ਹਨ ਕਿ ਭਰਾਵਾ ਧਾਮ ਆਪਣੇ ਚਲੋ ਪਰਾਏ ਦੇਸ਼ ਕਿਉਂ ਰਹਿਣਾ। ਤਾਂ ਇਹ ਜਿਹੜਾ
ਪੂਰਾ ਸੰਸਾਰ ਹੈ ਜਿਹਦੇ ਵਿੱਚ ਆਪਾਂ ਸੋਚਦੇ ਆ ਕਿ ਇਹ ਘਰ ਮੇਰਾ ਘਰ ਹੈ, ਇਹ ਬੱਚੇ ਮੇਰੇ ਬੱਚੇ ਹਨ, ਇਹ ਸੰਸਾਰ ਮੇਰਾ ਸੰਸਾਰ ਹੈ। ਭਰਾਵਾ ਨਹੀਂ, ਆਪਾਂ ਤਾਂ ਇੱਥੇ ਉਹ ਕਿਰਾਏਦਾਰ ਹਨ। ਆਪਾਂ ਨੇ ਇੱਕ ਦਿਨ ਸਾਰਿਆਂ ਨੇ ਇਹ ਜਿਹੜੀਆਂ ਚੀਜ਼ਾਂ ਹਨ ਇਹ ਛੱਡ ਕੇ ਜਾਣਾ ਹੈ। ਉਹ ਸਾਨੂੰ ਸਮਝਾਉਣ ਦੇ ਕਰ ਰਹੇ ਹਨ ਕਿ ਆਪਾਂ ਨੇ ਆਪਣੇ ਸੱਚੇ ਘਰ ਦੀ ਤਰਫ ਜਾਣਾ ਹੈ। ਇਹ ਸਾਡੇ ਲਈ ਪਰਾਇਆ ਦੇਸ਼ ਹੈ। ਹੁਣ ਸਵਾਲ ਉੱਠਦਾ ਹੈ ਕਿ ਜੀ ਇਹ ਫਿਰ ਕਿਹਦਾ ਘਰ ਹੈ ਜਿਹੜਾ ਆਪਾਂ ਵਿੱਚ ਰਹਿ ਰਹੇ ਹਾਂ? ਤਾਂ ਦੇਖੋ, ਇਹ ਜਿਹੜਾ ਘਰ ਹੈ ਇਹ ਸਰੀਰ ਦੇ ਨਾਲ ਤਾਲੁਕ ਰੱਖਦਾ ਹੈ। ਤੁਸੀਂ ਸੋਚੋ, ਇਹ ਜਿਹੜਾ ਤੁਹਾਡਾ ਘਰ ਹੈ ਕੀ ਇਹ ਸਭ ਤੋਂ ਪਹਿਲਾਂ ਤੁਹਾਡਾ ਹੀ ਸੀ? ਤੁਸੀਂ ਇਹਨਾਂ ਦੀ ਪੂਰੀ ਹਿਸਟਰੀ ਕੱਢ ਕੇ ਵੇਖੋ, ਇਹ ਪਹਿਲਾਂ ਕਿਤੇ ਹੋਰ ਦੇ ਬੰਦੇ ਦਾ ਸੀਗੀ, ਉਹ ਇਹਦੇ ਉੱਤੇ ਪੋਜੈਸ਼ਨ ਰੱਖਦਾ ਸੀ। ਅੱਜ ਤੁਸੀਂ ਹੋ, ਕੱਲ ਨੂੰ ਤੁਹਾਡੇ ਬੱਚੇ ਹੋਣਗੇ, ਫਿਰ ਉਹਨਾਂ ਦੇ ਬੱਚੇ ਦਾ ਹੋ ਜਾਵੇਗਾ। ਤਾਂ ਇਹ ਤਾਂ ਭਾਈ ਬਦਲਦਾ ਰਹੂਗਾ। ਇਹ ਜਿਹੜੀ ਦੁਨੀਆ ਦਾ ਜਿਹੜਾ ਘਰ ਹੈ, ਜਿਹੜਾ ਦੁਨੀਆ ਦਾ ਆਪਾਂ ਬਣਾਈ ਬੈਠੇ ਆ, ਸਰੀਰ ਦੇ ਨਾਲ ਹਨ। ਲੇਕਿਨ ਜਿਹੜੀ ਆਤਮਾ ਦਾ ਘਰ ਹੈ ਉਹ ਤਾਂ ਉਹ ਸੱਚਖੰਡ ਹੈ ਜਿਸ ਨੂੰ ਆਪਾਂ ਭੁੱਲ ਕੇ ਬਹਿ ਗਏ ਹਨ। ਇਹ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਉਹ ਸਾਡਾ ਸੱਚਾ ਘਰ ਹੈ। ਜਿਵੇਂ ਆਪਾਂ ਦੇਖੋ ਇੰਜਨ ਔਰ ਕਾਰ ਦੀ ਗੱਲ ਕਰਦੇ ਆ, ਜੇ ਕਾਰ ਵਿੱਚੋਂ ਇੰਜਨ ਨੂੰ ਕੱਢ ਦਈਏ ਕਿ ਕਾਰ ਚੱਲ ਪਾਵੇਗੀ? ਨਹੀਂ ਚੱਲ ਸਕਦੀ। ਉਸ ਤਰੀਕੇ ਦੇ ਨਾਲ ਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਰਾਮ ਮੇ ਆਤਮ, ਆਤਮ ਮੇ ਰਾਮ, चिणस गुण बिचारा, कि वो आत्मा उस राम दे अंदर है, वो परमात्मा उस आत्मा के अंदर है। हमने उसको उस तक अपनी नींव को रखना है। और सारे ग्रंथ पोथियां सानू यही तो समझाउंदे हन कि कोई इहो जिहा ग्रंथ है जिहड़ा ये कहंदा है कि दो मालिक हन जां चार मालिक हन। सारियां ने सानू की इशारा कीता है कि वो मालिक एक है, चौथे लोक वसे ओ स्वामी, ते आपा उस परमात्मा दे जीते जागते मंदिर हां। फिर आगे की सानू समझाउण दी कोशिश कर रहे हन। हुण सानू समझा रहे हन, काम अपना करो जाई, पराए काम नहीं फसना। हुण आपा देखो इत्थे आ गए हन, साडा इत्थे आउण दा मकसद की है? आपा सोचते आ आपा खा लईए, पी लईए, बच्चे पैदा कर लईए। ਉਹ ਭਰਾਵਾ ਇਹ ਸਾਰਾ ਕੰਮ ਤਾਂ ਨਿਚਲੀ ਜੂਨੀਆਂ ਵੀ ਕਰਦੀਆਂ ਹਨ। ਉਹ ਵੀ ਆਪਣਾ ਘਰ ਦਾ ਸਭ ਕੁਝ ਕਰਦੇ ਹਨ, ਬੱਚੇ ਪੈਦਾ ਕਰਦੇ ਹਨ। ਤੇ ਸਾਡੇ ਵਿੱਚੋਂ ਤੇ ਉਹ ਜਾਨਵਰਾਂ ਦੀ ਜੂਨੀ ਦੇ ਵਿੱਚ ਕੀ ਅੰਤਰ ਰਹਿ ਜਾਊਗਾ? ਤੇ ਮਾਲਕ ਨੇ ਸਾਨੂੰ ਇਸ ਜੂਨੀ ਦੇ ਵਿੱਚ ਉਸ ਮਾਲਿਕ ਸੇ ਮਿਲਨੇ ਕੀ ਰਾਸਤਾ, ਉਹ ਜੁਗਤੀ ਦਿੱਤੀ ਹੈ। ਭਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ। ਕਿ ਭਰਾਵਾ ਉਹ ਮਾਲਕ ਨੇ ਸਾਡੇ ਉੱਤੇ ਦਇਆ ਕਰਕੇ ਇਹ ਮਾਨੁਸ਼ ਦੀ ਜਨਮ ਸਾਨੂੰ ਦਿੱਤੀ ਹੈ। ਇਸ ਵਿੱਚ ਜਾ ਕੇ ਹੀ ਆਪਾਂ ਉਸ ਗੋਵਿੰਦ ਨੂੰ, ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ। ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਪਏ ਭੁਜ ਕੁਰੰਗਾ। ਆਪਾਂ ਤਾਂ ਪਤਾ ਨਹੀਂ ਕਿੰਨੇ ਜਨਮ ਤੋਂ ਭਟਕ ਰਹੇ ਹਨ, ਕਿੰਨੇ ਜਨਮ ਆਪਾਂ ਕੀਟ ਪਤੰਗਾ ਬਣੇ ਹਨ, ਕਈ ਜਨਮ ਆਪਾਂ ਵਰਕਸ਼ ਤਰੂ ਬਣੇ ਹਨ। ਹੁਣ ਤੁਸੀਂ ਹਿਸਾਬ ਲਾ ਕੇ ਦੇਖੋ ਕਿ ਜੇ 1 ਘੰਟਾ ਵੀ ਆਪਾਂ ਇੱਕ ਜੁਨੀ ਦੇ ਵਿੱਚ ਬਿਤਾਇਆ ਹੋਵੇ ਤਾਂ ਕਿੰਨੇ ਕਰੋੜਾ ਸਾਲ ਆਪਾਂ ਤਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਕਿੰਨੇ ਕਰੋੜਾ ਅਰਬਾਂ ਸਾਲ ਬਾਅਦ ਸਾਨੂੰ ਇਹ ਜਨਮ ਮਿਲਿਆ ਹੈ। 1,84 ਜੂਨ ਸੁਭਾਈ ਮਾਨੁਸ਼ ਕੋ परब दी वडियाई। कि उस परमात्मा ने 1,84 जूनिया तो बाद मानुष नू ਇਹ ਵਡਿਆਈ ਦਿੱਤੀ ਹੈ ਕਿ ਆਪਾਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ। ਕਿ ਆਪਾਂ ਅੱਜ ਕਰ ਰਹੇ ਹਾਂ, ਆਪਾਂ ਤਾਂ ਉਹਨਾਂ ਨੂੰ ਬਾਹਰ ਲੱਭਦੇ ਫਿਰ ਰਹੇ ਹਾਂ। ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ, ਸਾਹਿਬ ਤੇਰੇ ਪਾਸ, ਉਹ ਤੇਰੇ ਕੋਲ ਹੈ, ਤੇਥੋਂ ਦੂਰ ਨਹੀਂ ਹੈ। ਆਪਾਂ ਦੇਖੋ, 4 ਗਵਾਇਆ ਹੰਡ ਕੇ, 4 ਗਵਾਇਆ ਸੰਭ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਕਿ ਆਪਾਂ ਤੇ ਦੁਨੀਆ ਦੇ ਵਿੱਚ ਆਂਦੇ ਹਾਂ, ਆਪਾਂ ਹੰਡ ਕੇ ਗਵਾ ਦਿੰਦੇ ਹਾਂ, ਮੰਗ ਕੇ ਕਵਾ ਦਿੰਦੇ ਹਾਂ, ਸਾਂਭਲ ਕੇ ਕਵਾ ਲੈਂਦੇ ਹਾਂ। ਇਹ ਵੀ ਕਮਾ ਲਓ, ਉਹ ਵੀ ਕਮਾ ਲਓ, ਇਕੱਠਾ ਕਰ ਲਓ। ਲੇਕਿਨ ਜਦ ਉਸ ਮਾਲਿਕ ਦੇ ਕੋਲੇ ਜਾਓਗੇ ਕਿ ਉਹ ਉੱਥੇ ਕੁਝ ਲੈ ਕੇ ਜਾਓਗੇ, ਜਦ ਉਹ ਮਾਲਿਕ ਸਾਡੇ ਤੋਂ ਲੇਖਾ ਮੰਗੇਗਾ, ਉੱਥੇ ਕੀ ਜਵਾਬ ਆਪਾਂ ਦੇਵਾਂਗੇ? ਸਾਨੂੰ ਸੋਚਣ ਦੀ ਲੋੜ ਹੈ। ਜੇ ਆਪਾਂ ਸੋਚਾਂਗੇ ਤਾਂ ਉਹ
ਮਾਲਿਕ ਸਾਨੂੰ ਯਾਦ ਆਵੇਗਾ, ਸਾਨੂੰ ਆਪਣਾ ਘਰ ਯਾਦ ਆਵੇਗਾ। ਅੱਗੇ ਫਿਰ ਸਾਨੂੰ ਕੀ ਸਮਝਾਉਂਦੇ ਹਨ? ਨਾਮ ਗੁਰੂ ਕਾ ਸੰਭਾਲੇ ਚਲ, ਯਹੀ ਹੈ ਧਾਮ ਗਠ ਬੰਧਨਾ। ਕਿ ਭਰਾਵਾ ਉਸ ਗੁਰੂ ਦਾ ਜਿਹੜਾ ਨਾਮ ਹੈ ਉਹਨੂੰ ਸੰਭਾਲ ਕੇ ਚੱਲਣਾ ਹੈ। ਚਲਤੇ ਸਮੇਂ ਗੁਰੂ ਕਾ ਨਾਮ ਜਪਿਆ ਸੁਮਰਨ ਕੀ ਸੰਭਾਲ ਕਰਨੀ ਹੈ। ਉਹੀ ਸਾਡੀ ਅਸਲ ਧਨ ਹੈ, ਉਹੀ ਸਾਡੀ ਅਸਲ ਪੂੰਜੀ ਹੈ। ਇਹ ਗਾਂਠ ਬਾਂਧਣੀ ਹੈ ਆਪਾਂ ਨੇ ਕਿ ਸਾਡਾ ਕੋਈ ਜੇ ਸਹਾਰਾ ਇਸ ਦੁਨੀਆ ਦੇ ਵਿੱਚ ਹੈ ਤਾਂ ਉਹ ਪਰਮਾਤਮਾ ਹੈ। ਜਗਤ ਕਾ ਰੰਗ ਸਭ ਮੈਲਾ, ਧੂਲਾ ਲੈ ਮਾਨ ਇਹ ਕਹਿਣਾ। ਕਿ ਇਹ ਜਿਹੜੇ ਜਗਤ ਦੇ ਵਿੱਚ ਆਪਾਂ ਰਹਿ ਰਹੇ ਹਨ ਨਾ, ਇਹ ਜਿਹੜਾ ਰੰਗ ਪ੍ਰਭਾਵ ਆਕਰਸ਼ਣ ਸਾਡੇ ਉੱਤੇ ਪੈਦਾ ਹੋਇਆ ਹੈ, ਇਹ ਭਰਾਵਾ ਸਾਰਾ ਕੁਝ ਮੈਲਾ ਹੈ, ਸਾਰਾ ਕੁਝ ਮੈਲਾ ਹੈ, ਦੂਸ਼ਿਤ ਹੈ, ਐਫੀਮੈਰਲ ਹੈ, क्षण ਭੰਗੂਰ ਹੈ, ਕੁਝ ਦਿਨਾਂ ਦੇ ਵਿੱਚ ਖਤਮ ਹੋ ਜਾਵੇਗਾ। ਇਸ ਬਾਤ ਕੋ ਮੰਨ ਲੈ, स्वीकार ਕਰ ਲੈ ਕਿ ਆਪਾਂ ਨੂੰ ਇਸ ਮਨ ਨੂੰ ਜੇ ਧੋਣਾ ਹੈ ਤਾਂ ਉਸ ਮਾਲਿਕ ਦੇ ਰੰਗ ਦੇ ਵਿੱਚ ਧੋਣਾ ਹੈ। ਇਸ ਕਰਕੇ ਆਂਦਾ ਹੈ ਮੂਤ ਪਲਤੀ ਕੱਪੜ ਹੋਏ, ਲੈ ਸਾਬਣ ਉਹਨੂੰ ਧੋਏ। ਜਿਵੇਂ ਦੇਖੋ ਕੋਈ ਕਪੜਾ ਗੰਦਾ ਹੋ ਜਾਂਦਾ ਹੈ ਤਾਂ ਆਪਾਂ ਸਾਬਣ ਔਰ ਪਾਣੀ ਦੇ ਨਾਲ ਉਹਨੂੰ ਬੜੇ ਆਰਾਮ ਦੇ ਨਾਲ ਸਾਫ਼ ਕਰ ਸਕਦੇ ਹਾਂ। ਲੇਕਿਨ ਜਦ ਸਾਡੇ ਮਨ ਦੀ ਗੱਲ ਆਂਦੀ ਹੈ, ਇਹ ਮਨ ਜਿਹੜਾ ਜਨਮਾਂ ਤੋਂ ਕਾਲਾ ਹੋਇਆ ਪਿਆ ਹੈ, ਇਹਨਾਂ ਨੂੰ ਸਾਫ਼ ਕਿਵੇਂ ਹੋਵੇਗਾ? ਉਸ ਨਾਮ ਤੋਂ ਹੋਵੇਗਾ, ਉਸ ਨਾਮ ਤੋਂ ਹੋਵੇਗਾ। ਇਸ ਕਰਕੇ ਭੈਣਾਂ ਭਜਨ ਗਾਉਂਦੀਆਂ ਹਨ, ਗੂੜੇ ਰੰਗ ਦੇ ਵਿੱਚ ਰੰਗ ਦਿਓ ਜੀ, ਮੈਲੀਆਂ ਨੇ ਸਾਡੀਆਂ ਰੂਹਾਂ। ਕਿ ਸਾਡੇ ਮਨ ਨੂੰ ਉਸ ਗੂੜੇ ਰੰਗ ਦੇ ਵਿੱਚ ਰੰਗ ਦਿਓ ਕਿ ਸਾਡੀ ਜਿਹੜੀ ਮੈਲ ਹੈ ਉਹ ਧੁੱਲ ਜਾਵੇ। ਅੱਗੇ ਫਿਰ ਸਾਨੂੰ ਸਮਝਾ ਰਹੇ ਹਨ, ਭੋਗ ਸੰਸਾਰ ਕੋਈ ਦਿਨ ਕੇ ਸਹਿਜ ਮੇ ਤਿਆਗ ਤੇ ਚੱਲਣਾ। ਫਿਰ ਅੱਗੇ ਸਾਨੂੰ ਸਮਝਾ ਰਹੇ ਹਨ ਕਿ ਇਹ ਜਿਹੜੇ ਭੋਗ ਵਿਲਾਸ ਦੇ ਵਿੱਚ ਆਪਾਂ ਫਸੇ ਹੋਏ ਹਨ, ਜਿਹੜਾ ਆਪਾਂ ਸੋਚਦੇ ਹਨ, ਇਹ ਜਿਹੜੀ ਸੁੱਖ ਸੁਵਿਧਾएं ਹਨ, ਇਹ ਜਿਹੜੀ ਲਗਜ਼ਰੀਨੈਸ ਹੈ, ਇਹ ਸਾਨੂੰ ਅੱਗੇ ਲੈ ਕੇ ਜਾਊਗੀ? ਭਰਾਵਾ ਨਹੀਂ ਜਾ ਸਕਦੀ। ਆਪਨੇ तो कह ਦਿੱਤਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਕੂੜ ਕਹਿ ਕੇ ਬਿਆਨ ਕੀਤਾ ਹੈ ਕਿ ਸਾਰਾ ਕੁਝ ਇੱਕ ਕੂੜਾ ਹੈ, ਸਾਰਾ ਕੁਝ ਇੱਕ ਦਿਨ ਖਤਮ ਹੋ ਜਾਵੇਗਾ, ਕੁਝ ਅੱਗੇ ਨਹੀਂ ਰਹੇਗਾ। ਕਿਜ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ। ਕਿ ਇੱਕ ਦਿਨ ਸਾਰਾ ਕੁਝ ਜਿਹੜੇ ਵਿੱਚ ਆਪਾਂ ਰਹਿ ਰਹੇ ਹਨ, ਸਾਰਾ ਕੁਝ ਫਨਾ ਹੋ ਜਾਊਗਾ, ਖਤਮ ਹੋ ਜਾਊਗਾ। ਇਹਦੀ ਜਿਹੜੀ ਹਸਤੀ ਹੈ ਉਹ ਸ਼ਮਸ਼ਾਨ ਘਾਟ ਤੱਕ ਹੈ, ਉਸ ਤੋਂ ਅੱਗੇ ਨਹੀਂ ਜਾ ਸਕਦੀ। ਕਿਜ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ। ਤੁਸੀਂ ਆਪਣੇ ਆਸੇ-ਪਾਸੇ ਦੇਖ ਲਓ, ਜਿਨ੍ਹਾਂ ਦੇ ਨਾਲ ਤੁਸੀਂ ਵੱਡੇ ਹੋਏ ਹੋ, ਜਿਨ੍ਹਾਂ ਦੇ ਨਾਲ ਤੁਸੀਂ ਪੜ੍ਹੇ ਹੋ, ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਉਹਨਾਂ ਵਿੱਚੋਂ ਕਿੰਨੇ ਹੈਗੇ ਆ ਜਿਹੜੇ ਦੁਨੀਆ ਤੋਂ ਜਾ ਚੁੱਕੇ ਹਨ ਔਰ ਕਿੰਨੇ ਜਾਣ ਦੀ ਤਿਆਰੀ ਵਿੱਚ ਹੈਗੇ। ਤਾਂ ਭਰਾਵਾ ਆਪਾਂ ਨੇ ਤਾਂ ਉਹਨਾਂ ਤੋਂ ਸਿੱਖਣ ਦੀ ਲੋੜ ਹੈ। ਆਪਾਂ ਨੇ ਕਿਹਾ ਤਪੋ ਰਾਜ ਰਾਜੋ ਨਰਕ। ਕਿ ਦੇਖੋ ਵੱਡੇ ਵੱਡੇ ਰਾਜੇ ਮਹਾਰਾਜੇ ਬਿਜ਼ਨਸਮੈਨ, ਵੱਡੇ ਵੱਡੇ ਕਰੋੜਪਤੀਆਂ ਤੋਂ ਆਪਾਂ ਦੇਖ ਸਕਦੇ ਹਾਂ ਕਿਵੇਂ ਉਹਨਾਂ ਦੀ ਜ਼ਿੰਦਗੀ ਗੋਲੀਆਂ ਦੇ ਨਾਲ ਚੱਲਦੀ ਹੈ। ਗੋਲੀ ਖਾ ਕੇ ਸੁਣਦੇ ਹਨ, ਉੱਠਦੇ ਵਕਤ ਗੋਲੀ ਖਾਂਦੇ ਹਨ, ਰਾਤ ਨੂੰ ਨੀਂਦ ਨਹੀਂ ਆਉਂਦੀ, ਚਿੰਤਾ ਰਹਿੰਦੀ ਹੈ। ਵੱਡਿਆ ਮਾਲਕ ਨੇ ਮਿਹਰ ਕਰਕੇ ਜੇ ਉਸ ਸਾਨੂੰ ਉਹ ਦੇ ਦਿੱਤਾ ਹੈ ਤਾਂ ਆਪਾਂ ਨਰਕ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਨ, ਭੋਗ ਵਿਲਾਸ ਦੇ ਵਿੱਚ ਫਸਣਾ ਸ਼ੁਰੂ ਕਰ ਦਿੰਦੇ ਹਨ। ਤਾਂ ਭਰਾਵਾ ਇਹ ਸਾਰਾ ਕੁਝ ਭੋਗ ਸੰਸਾਰ ਜਿਹੜਾ ਹੈ ਕੁਝ ਦਿਨ ਕਾ ਹੈ, ਕੁਝ ਦਿਨ ਦੇ ਬਾਅਦ ਇਹ ਖਤਮ ਹੋ ਜਾਊਗਾ। ਅੱਜ ਸਾਨੂੰ ਮਾਲਕ ਮਿਹਰ ਕਰਕੇ ਜੇ ਉਹ ਪੋਜੀਸ਼ਨ ਵੀ ਦੇ ਦਿੰਦਾ ਹੈ, ਅਹੁਦਾ ਦੇ ਦਿੰਦਾ ਹੈ, ਆਪਾਂ ਦੇ ਵਿੱਚ ਉਹ ਐਟੀਟਿਊਡ ਆ ਜਾਂਦਾ ਹੈ, ਆਪਾਂ ਰੋਬ ਦਿਖਾਣਾ ਸ਼ੁਰੂ ਕਰ ਦਿੰਦੇ ਹਾਂ। ਭਰਾਵਾ ਆਪਾਂ ਭੱਜਦੇ ਫਿਰ ਰਹੇ ਹਨ, ਆਪਾਂ ਆਪਣੇ ਬੱਚਿਆਂ ਦੇ ਲਈ ਕਰਦੇ ਹਾਂ, ਅੱਗੇ ਜਾ ਕੇ ਉਹੀ ਬੱਚੇ ਸਾਨੂੰ ਕਾਲ ਤੱਕ ਨਹੀਂ ਕਰਦੇ, ਇੱਕ ਫੋਨ ਨਹੀਂ ਕਰਦੇ। ਲੇਕਿਨ ਸਾਡੀ ਇਹ ਜਿਹੜੀਆਂ ਚਾਹਤਾਂ ਹਨ ਇਹ ਤਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਹਨ। ਆਸਾ ਪਰਵਤ ਝੇਟੀਆਂ ਮੌਤ ਤਰਾਵਾਂ ਹੇਠ। ਤੇ ਸਾਡੀ ਜਿਹੜੀ ਚਾਹਤਾਂ ਹਨ ਉਹ ਤਾਂ ਭਾਈ ਮਾਊਂਟ ਐਵਰੈਸਟ ਜਿਹੜਾ ਪਹਾੜ ਹੈ ਉਸ ਤੋਂ ਵੀ ਵੱਡੀ ਹੈ। ਆਪਾਂ ਤਾਂ ਇਹ ਵੀ ਭੁੱਲ ਗਏ ਹਨ ਕਿ ਉਹ ਮੌਤ ਜਿਹੜੀ ਹੈ ਉਹ ਸਾਡਾ ਦਰਵਾਜ਼ਾ ਖਟਖਟਾ ਰਹੀ ਹੈ। ਪਤਾ ਨਹੀਂ ਕਿਸ ਵੇਲੇ ਭਰਾ ਪੂਰਾ ਪਰਿਵਾਰ ਛੱਡ ਕੇ ਇੱਥੇ ਤੋਂ ਜਾਣਾ ਪੈ ਜੇ, ਲੇਕਿਨ ਸਾਡੇ ਮਨ ਦੇ ਵਿੱਚ ਤਾਂ ਉਹ ਆਂਦੀ ਹੀ ਨਹੀਂ ਗੱਲ। ਅੱਗੇ ਸਾਨੂੰ ਸਮਝਾ ਰਹੇ ਹਨ, शरण सतगुरु गहो दृढ़ कर करो यह काज पिल रहना। के भरावा जे तू सच्चे गुरु की शरण विच जावेगा, दृढ़ करके मजबूती से धारण करेगा, उस नाम नू उस दे काज विच लगेगा,
तो वो मालिक तेरी संभाल करूगा। लगन से उस काम को जो करेगा तो उस मालिक तेरी संभाल करेगा। अगे सानू होर समझा रहे हन, फसे तुम जाल में भारी, बिना इस जुक्ति नहीं खुलना। के भरावा जिस जाल में आपां अज फसे होए हन, जब तक उस परमात्मा दी दित्ती हुई जुक्ति नू नहीं संभालांगे भरावा, साडा आपां इस जाल तो नहीं निकल सकते। ये जाल बहुत गहरा है। सिर्फ सुमरन और नाम के जरिए ही आपां अपने घर दा जिहड़ा रस्ता है वो अगे लेके जा सकते हैं, नहीं तो साडे विचों ताकत नहीं है। देखो, जिंदगी साडी तीन चीजां ते उत्ते टिकी हुई है। पहला टायर है परमारथ दा, दूजा टायर है निजी रिश्तियां दा, तीजा टायर है उस कारोबार दा। जे आपां इन्हां विचों बैलेंस बना के चलांगे, परमारथ नूं भी वक्त देंगे, अपने निजी रिश्तियां नूं भी वक्त देंगे, कारोबार नूं भी वक्त देंगे, तो साडी जिंदगी सौखी हो जूगी। लेकिन जे आपां एक पासे भी एक्सट्रीम दे उत्ते चले जावांगे, एक पासे ही लग जावांगे, साडी जिंदगी बर्बाद हो जाएगी। अज आपां देखो, आपां पूरी पूरी रात फोन चलाते हैं 2-3 बजे तक। हुजूर जी ने कहा कि आपां तां फोन दे लागे लग गए हैं। अज सानू नींद नहीं आती, आपां तां मेडिसिन लैके सुनते हैं। फोन चलाना गलत नहीं है। हुजूर जी ने समझाया आपां ने दरमियान दा रस्ता अपनाना है, बीच दा रस्ता, एक बैलेंस बना के चलना है। देखो, जिंदगी दे विच 24 घंटे हुंदे हैं। साडे तो मंगिया ही की गया है, साडे तो सिर्फ 10% टाइम मंगया गया है, 10% कि आपां इन्ना भी उस मालिक दे नहीं निकाल सकते। अगे फिर सानू की समझा रहे हन, गुरु अब दया कर कहते मान यह बात चित धरना। कि गुरु ने जे हुण साडे उत्ते दया करके सानू वो भजन सिमरन दिता है, तो भरावा साडी जिम्मेवारी है कि आपां मन में उस चीज को लगा के चित धर के इसको माने। आगे फिर सानू समझा रहे हन, पटक में क्यों उमर खोते, कहीं नहीं ठीक तुम लगना। हुण आपां संसार दे क्रियाकर्म दे विच, पाखंडा दे विच फस के पटक रहे हैं, आपां अपनी उम्र गवा रहे हैं। स्वामी जी महाराज सानू समझा रहे हैं, चेतावनी दे रहे हैं कि भटकने से नहीं कुछ होने वाला। जेड़ा कुछ भी होवेगा वो परमात्मा दे नाम दे विच लग के होवेगा। जे तुसी वो स्थाई सुख पाना चाहते हो, वो स्थाई शांति पाना चाहते हो, तब भरावा उस परमात्मा के नाम से होवेगा। नहीं हो सकता। किन्नी भी ग्रंथ पोथियां पढ़ लो, किन्ने भी सरोवर दे विच जाके नहा लो, नहीं होने लगा। जद होवेगा अंदर तो होवेगा। बसो तुम आए नैनन में सिमट कर एक ये होना। कि हुण थानू सारा कुछ जिहड़ा नौ द्वारा दा जिहड़ा सिस्टम है, जिहदे विच साडा ख्याल भार दुनिया दे विच फैलदा है, सानू हुण एकागर करन दी लोड़ है। आपां ध्यान नू एकागर करांगे, तीसरे तिल दे उत्ते उस ध्यान नू टिकावांगे, तां फिर जाके उस परमात्मा दे जोत स्वरूप दर्शन सानू होणगे। हुण जिहड़ी जोत है, जिहड़ा प्रकाश है, जिहड़ा साउंड है, इहदी महिमा हर धर्म ने सानू सिखाई है। लेकिन आपां ने सारियां चीजां नू बाहर प्रोजेक्ट करके रख दिता। इन्हां दा जिहड़ा एग्जाम्पल है वो सानू समझाण वास्ते दिता गया सी, लेकिन इन्हां जिहड़ियां चीजां हन वो साडे अंदर है भरावा, उस तो अगे ये नहीं जा सकदी। अगे अंदर जाके सानू उस चीज नू लेके जाना है। वो दृष्टि जिहड़ी जोत है वो साडे मन दे अंदर है। फिर आगे सानू समझा रहे हन, सुरन मन धाम अब घट में पकड़ धुन, ध्यान पर गगना, शाम तज सेत को गहना, सुरत को तान, धुन सुनना, धुन सुनना। कि जद आप अपना ध्यान टिका के उस धुन नू सुनांगे, उस दे विच आपां अपने आप नू लेके जावांगे, तां ओ परमात्मा जिहड़ा है वो सानू वो दर्श दिखावेगा। लोक चौथे चलो सज के, गहो वे जाए तुन बीना, बंक के द्वार 10 बैठो, त्रिकुटी जाए कर लेना,
सुन चढ़ जा धसो पाई सूरत से जा गुफा बसना अलख और अगम के पारा अजब एक महल दिखलाना वहीं राधा स्वामी से मिलना हुआ मन आज अति मगना। ਉਹ ਉੱਥੇ ਹੈ ਲੋਕੇ ਚੌਥੇ ਚਲੋ ਸੱਜ ਕੇ ਗਹੋ ਵੈ ਜਾਏ ਧੁਨ ਬੀਨਾ ਕਿ ਹੁਣ ਜਿਹੜੀ ਤਿਆਰੀ ਸਾਨੂੰ ਕਰਨੀ ਹੈ ਉਹ ਚੌਥੇ ਲੋਕ ਦੇ ਉੱਤੇ ਕਰਕੇ ਚੱਲਣੀ ਹੈ ਜਿੱਥੇ ਸਾਡਾ ਉਹ ਸੱਚਾ ਘਰ ਹੈ ਉਸ ਦੀ ਤਿਆਰੀ ਕਰਨੀ ਹੈ। ਉਹ ਹੋਵੇਗੀ ਕਿਵੇਂ ਜਦ ਆਪਾਂ ਭਜਨ ਸਿਮਰਨ ਕਰਾਂਗੇ। ਚੌਥੇ ਲੋਕ ਜਿੱਥੇ ਉਹ ਮਹਾਸ਼ੂन्य ਹੈ ਜ਼ੀਰੋ ਹੈ ਉਹ ਭਵਰ ਗੁਫਾ की ओर चलना है। ਉੱਥੇ ਉਹ ਜੋ ਵੀਣਾ बज रही है ਉਹ ਵੀਣਾ ਸੁਣਨੀ ਹੈ। ਉਹ ਧੁਨ ਕੋ ਕਹੋ ਸੁਨੋ ਔਰ ਪਕੜੋ ਤੇ ਉਸ ਧੁਨ ਕੋ ਆਪਾਂ ਜਦ ਪਕੜਾਂਗੇ ਉਸ ਧੁਨ ਦੇ ਸਾਰੇ ਆਪਾਂ ਆਪਣੇ ਘਰ ਦਾ ਰਸਤਾ ਅਪਣਾਵਾਂਗੇ ਫਿਰ ਜਾ ਕੇ ਆਪਾਂ ਉੱਥੇ ਪਹੁੰਚਾਂਗੇ। ਫਿਰ ਉੱਥੇ ਜਾ ਕੇ ਪਹੁੰਚਾਂਗੇ। ਆਪਾਂ ਸੋਚਦੇ ਹਾਂ ਕਿ ਮਾਲਕ ਨੇ ਮਿਹਰ ਨਹੀਂ ਕੀਤੀ ਤਾਂ ਅੱਗੇ ਸਾਨੂੰ ਸਮਝਾਉਂਦੇ ਹਨ ਪੀਕਾ ਭੂਕਾ ਕੋ ਨਹੀਂ ਸਭ ਕੀ ਗਠੜੀ ਲਾਲ ਗਿਰੇ ਖੋਲ ਨਹੀਂ ਜਾਣਤੇ ਤਾਤੇ ਭਏ ਕੰਗਾਲ ਕਿ ਕੋਈ ਇਸ ਦੁਨੀਆ ਦੇ ਵਿੱਚ हो सकता है कि भार दी दौलत कर्मा दे अनुसार हो सकती है लेकिन रूहानियत दी दौलत उस मालिक ने सारियां नूं इक्को जिक्की दिती है। गिरे खोल नहीं जानते कि आपां तां सिर्फ करना नहीं जानते ता करके आपां तां भाई इस दुनिया तो दूर हन। आपां हीर रांझा सोनी महिवाल दी सुनदे आ कि आपां उन्हां जिग्गा प्यार करदे आ। हीर ने कहा सी रांझा रांझा कर दी नी मैं अपे रांझा हुई हुण ते मैं पूरी रांझा मनु हीर ना आखो कोई कि मैं हुण पूरी रांझा बन चुकी हाँ। जद आप अपनी हस्ती नूं भुला के उस परमात्मा दे रस्ते दे उत्ते अपना ध्यान टिका लवांगे अपनी हस्ती नूं भुला के उस मालिक दे बन जावांगे फिर जाके आप उस परमात्मा दे बनांगे कि आप आज वो चीज कर रहे हाँ नहीं कर रहे हाँ। अगे सानू समझाते हैं बंक के द्वार धस बैठो तिरकुटी जाए कर लेना कि भरावा आपां ने उस तिरकुटी दे उत्ते जाना है। उत्थे वो परमात्मा सानू पुकार रहा है कि भरावा वापस आ जा वापस सुन झड़ जा धसो भाई सूरत से जा गुफा बसना। जद आपां उत्थे पहुंचांगे उस परमात्मा दी दीदार दे लायक बनांगे फिर साडे अंदर वो तरफता आवेगी फिर साडे अंदर वो विरह आवेगी। जद आप साडी अखां दे विच वो आंसू आउणगे ते आपां उस परमात्मा दे उपर पहुंचांगे। अलख और अगम के पारा अजब एक महल दिखलाना वहीं राधा स्वामी से मिलना हुआ मन आज अति मगना। हुण सानू की समझा रहे हैं कि जे उत्थे वो अलख दृश्य देखना चाहते हो उस परमात्मा तो मिलना चाहते हो जद आपां उस लायक वाले बन जावांगे वो भगती करांगे उस मालिक नूं अपनी जिंदगी दे विच जगह देंगे फिर जाके अलख और अगम के पार एक अजब महल दिखलाएंगे। वो सतगुर वो जड़ा सचखंड है वो साडे सामने होवेगा। वो सतलोक वो राधा स्वामी धाम साडे सामने होवेगा। राधा ए आत्मा स्वामी ओ परमात्मा उत्थे इन्हां दा मिलन हो जाएगा। होवेगा किवे करनी दे नाल होवेगा जिन्ना चिर करनी नहीं करांगे नहीं हो सकता। वही राधा स्वामी से मिलना हुआ मन आज अति मगना कि जद ए सूरत शब्द दे नाल मिल जावेगी इस दा जड़ा रस्ता है वो खुल जावेगा सारी बाधाएं जड़ियां हन वो खुल जावेगी फिर जाके राधा स्वामी से साडा मिलन होवेगा। उस अवस्था दे विच जाके इस मन नू सच्ची शांति आ जाएगी उत्थे जाके मगन हो जाएगा। मन आज अति मगना लेकिन अज साडा मन भारी ख्यालां दे विच फसा होया
लेकिन मन की कोई अपनी ताकत नहीं है। स्वामी जी महाराज ने समझाया सी कि मन एक कोरी किताब सी, आपां ने इनू जिहड़ी चीज दे विच ढालिया है बन गया है। देखो अज हुजूर जी ने समझाया कि यदि कोई शख्सियत जानने की लोड़ है, उन्होंने क्रिकेटर का एग्जाम्पल लिंदा कि जब आप क्रिकेट खेलते हाँ तो उहदे विच उन्हां नूं सारा पता हुंदा है कि इस बॉलर की की कमजोरी है, इस बैट्समैन की की कमजोरी है, उस तरीके दे नाल ही वो करता है। लेकिन आपां नूं भी जानने की लोड़ है कि इहदी जिहड़ी कमजोरी है वो नैगेटिविटी है, आपां नूं इस नूं नैगेटिविटी तो दूर रखना है, नकारात्मकता तो दूर रखना है। तो ये जिहड़ा मन है ये फिर जब आप इन्हां नूं चंगी आदतां पावांगे, ये लज्जत दा आशिक है। जे जद तक इन्हां नूं कोई इहो जी चीज ना मिले कि उस तो भी वधिया रस इनू आवे, पहली चीज नूं नहीं छड्डदा। इस करके आपां नूं तां इनू इहो जी चीज ते उत्ते लगाना है कि इस तो भी वड्डा रस इनू मिल जे। वो रस केड़ा है? वो परमात्मा दा रस है, ओहदे विच सानू लगना है। जे आपां लगांगे, उस चीज नूं करांगे तां फिर बाणी आवेगी, हुआ मन आज अति मगना, हुआ मन आज अति मगना। जद आपां उस दे विच लग जावांगे, मिल जावांगे, फिर ये जिहड़ी अंधी दौड़ है, ये जिहड़ी एंजाइटी, जिहड़ा डिप्रेशन, जिहड़ा अपना आपां भजदे फिरदे आ, ये सारा कुछ खत्म हो जाएगा। फिर आपां उस एक दे नाल मिल जावांगे। हुआ मन आज अति मगना, उत्थे जाके होवेगा किवे? साडी करनी दे नाल होवेगा, किसी होर दी करनी दे नाल नहीं होण लगा। इसलिए आपां नूं भी समझण दी लोड़ है कि मालक ने सानू समझाण दी कोई कसर नहीं छड्डी है। एक कर साडा कर नहीं, एक कौम साडी कौम नहीं, ये मजहब साडा मजहब नहीं। जो कुछ है वो परमात्मा है, ओही है। तू ही यो है मैं नाही वे सजना, तू ही यो है मैं नाही। मेरी कोई हस्ती नहीं मेरे मालका, जो कुछ है तू ही है, तू ही सी, तू ही है और तू ही रहेगा, और कोई नहीं हो सकता। आपां ने तो उस लेवल दे उत्ते जाना है, करांगे अपनी करनी दे नाल। उस मालिक ने कोई कसर नहीं छड्डी, उन्होंने सारा कुछ सानू समझा दिता है। हुण आपां ने उस लेवल दे उत्ते जाना है, करांगे पावांगे, नहीं तां भरावा इत्थे दे इत्थे आपां रह जावांगे। ते सारियां दे अगे बेनती है कि आपां ने इन्हां बाणियां नूं पढ़दे होए इन्हां चीजां नूं अमल दे उत्ते लाना है ते अपने कर दा जिहड़ा रस्ता है उस नूं अपनाना है। भरावा सच्चा कर वो साडा उत्थे है, वो परमात्मा सानू पुकार रहा है, ओनू ओदी पुकार नूं सुनो। पुकार नूं सुनांगे तां भरावा साडा भला हो जाएगा, नहीं तां भरावा इत्ते भटकदे रहांगे, कदे शांति नहीं मिलेगी। सच्ची शांति पाना चाहुंदे हो तां उस परमात्मा दी आवाज नूं सुनो, अपने घर चलो, धाम अपने चलो पाई। ये सीगा अज हुजूर जी दा साल 2025 दा ऑफिशियल आधिकारिक सत्संग जिन्हां दी मैं समरी तुहाडे सामने रखी है। ते आपां ने भी भाई हर साल सानू ओ मालिक दे दर्शन हुंदे हन, सानू समझाण दी कसर नहीं छड्डदे। आपां ने भाई अमल दे उत्ते लाना है, समझांगे, अपने आप दे घर चलांगे तां भराई साडा ही भला होवेगा साडी करनी देना। अपने घर दे विच बैलेंस बनाओ, सारियां चीजां नूं वखर दिंदे होए उस परमात्मा दे वल लगो। खुश रहो, आबाद रहो, भजन सिमरन करते रहो। राधा स्वामी जी। अलख और अगम के पारा, अजब एक महल दिखलाना, वहीं राधा स्वामी से मिलना। हुआ मन आज अति मगना,